ਸਾਡਾ ਫਰਜ਼ ਬਣਦਾ ਹੈ ਕਿ ਜੋ ਵਿਧਾਨ ਸਭਾ ਦੇ ਵਿੱਚ ਹੁੰਦਾ ਹੈ ਉਹਦੇ 'ਤੇ ਤੁਹਾਨੂੰ ਵਿਸਤਾਰਪੂਰਕ ਪੰਜਾਬ ਦੇ ਕੋਨੇ-ਕੋਨੇ 'ਚ ਦੱਸਿਆ ਜਾਵੇ। ਕਈ ਗੱਲਾਂ ਸਾਨੂੰ ਸਮਝ ਨਹੀਂ ਆਉਂਦੀਆਂ, ਬੇਸ਼ੱਕ ਲਾਈਵ ਚੱਲਦਾ ਹੈ ਔਰ ਲਾਈਵ ਦੇ ਵਿੱਚ ਵੀ ਸੱਤਾਧਾਰੀ ਪਾਰਟੀ ਦਾ ਪੱਖਪਾਤ ਕੀਤਾ ਜਾਂਦਾ ਹੈ। ਤੁਸੀਂ ਅਕਸਰ ਹੀ ਦੇਖਿਆ ਹੋਣਾ ਹੈ ਕਿ ਸਾਡੇ ਚੱਕਣ ਵਾਲੇ ਮੁੱਦਿਆਂ ਨੂੰ ਦੂਰੋਂ ਦਿਖਾਇਆ ਜਾਂਦਾ ਹੈ ਔਰ ਸੱਤਾਧਾਰੀ ਪਾਰਟੀ ਜਦੋਂ ਆਪਣੇ ਉਹਨਾਂ ਦੇ ਵਿਅਕਤੀ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਜ਼ੂਮ ਕਰ ਦਿੰਦੀ ਹੈ। ਸਾਡੇ ਤੇ ਜਾਣੀ ਕਿ ਕੈਮਰਾ ਟਿਕਾਇਆ ਉਸ ਤਰ੍ਹਾਂ ਨਹੀਂ ਜਾਂਦਾ। ਸੋ ਗੱਲ ਕਰਦੇ ਹਾਂ ਕਿ ਅੱਜ ਦੇ ਵਿਧਾਨ ਸਭਾ ਸੈਸ਼ਨ ਦੀ, ਜਿਸ ਵਿੱਚ ਜਿਹੜਾ ਅੱਜ ਦਾ ਸੈਸ਼ਨ ਸੀ ਉਹਦੇ 'ਚ ਕੀ ਹੋਇਆ। ਸਭ ਤੋਂ ਪਹਿਲਾਂ ਅੱਜ ਕੁਐਸਚਨ ਆਰ ਹੁੰਦਾ ਹੈ, ਉਹ ਜਦੋਂ ਵੀ ਵਿਧਾਨ ਸਭਾ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਸਵਾਲ ਜਵਾਬ ਲਏ ਜਾਂਦੇ ਨੇ। 1 ਘੰਟੇ ਦਾ ਉਹ ਸਵਾਲ ਜਵਾਬ ਦਾ ਸਮਾਂ ਹੁੰਦਾ ਹੈ, ਜਦ ਕਿ ਇਸ ਵਾਰ ਜਿਹੜਾ ਕਾਲੀ 'ਚ ਸੱਦਿਆ ਸੈਸ਼ਨ, ਕਿਉਂਕਿ 15 ਦਿਨ ਪਹਿਲਾਂ ਹਰ ਵਿਧਾਇਕ ਨੇ ਆਪਦੇ ਸਵਾਲ ਲਾਉਣੇ ਹੁੰਦੇ ਹੈ, ਲੇਕਿਨ ਇਸ ਵਾਰੀ ਜਿਹੜਾ ਸੈਸ਼ਨ ਸੀ ਉਹ ਮਕਸਦ ਕੋਈ ਹੋਰ ਸੀ, ਲੇਕਿਨ ਉਹ ਗਲੇ ਪੈ ਗਿਆ। ਇਸ ਕਰਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਸੈਸ਼ਨ ਨੂੰ ਵਧਾਉਣਾ ਪਿਆ। ਤੇ ਅੱਜ ਦੇ ਸੈਸ਼ਨ ਦੀ ਕਾਰਵਾਈ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਅੱਜ ਦੇ ਸੈਸ਼ਨ ਵਿੱਚ ਅੱਜ ਫੇਰ ਪ੍ਰਸ਼ਨ ਕਾਲ ਨਹੀਂ ਸੀ ਤੇ 0 ਆਰ ਤੋਂ ਸ਼ੁਰੂ ਕਰਤਾ। 0 ਆਰ ਦੇ ਵਿੱਚ ਅਸੀਂ ਪੰਜਾਬ ਦੇ ਅਹਿਮ ਮੁੱਦੇ ਤੇ ਭਖਦੇ ਮੁੱਦਿਆਂ ਦੀ ਗੱਲ ਕਰਦੇ ਹਾਂ। ਸਮੇਂ ਮੁਤਾਬਕ ਸਪੀਕਰ ਸਾਹਿਬ, ਤੁਸੀਂ ਦੇਖਿਆ ਹੋਣਾ ਹੈ, ਆਪਦੇ ਲੋਕਾਂ ਨੂੰ, ਹਾਲਾਂਕਿ 0 ਆਰ ਦੇ ਵਿੱਚ ਜ਼ਿਆਦਾ ਮੌਕਾ ਵਿਰੋਧੀ ਧਿਰ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਉਹ ਮੁੱਦੇ ਲੈ ਕੇ ਆਉਂਦੀ ਹੈ, ਲੇਕਿਨ ਇਸ ਵਾਰੀ ਦਾ 0 ਆਰ ਜਿਹੜਾ ਅੱਜ ਦਾ ਵੀ ਸੀ ਉਹਦੇ 'ਚ ਵੀ ਸੱਤਾਧਾਰੀ ਵਾਲਿਆਂ ਨੂੰ ਜ਼ਿਆਦਾ ਮੌਕਾ ਦਿੱਤਾ ਗਿਆ ਤਾਂ ਜੋ ਉਹ 0 ਆਰ ਦਾ ਸਮਾਂ ਖਾ ਜਾਣ ਤੇ ਇਸ ਕਰਕੇ ਮੁੱਦਿਆਂ ਦੀ ਗੱਲ ਤੋਂ ਸਰਕਾਰ ਬਚ ਸਕੇ। ਸੋ 0 ਆਰ ਦੇ ਵਿੱਚ ਕਾਫੀ ਜਿਹੜੇ ਮੁੱਦੇ ਸੀ, ਚਾਹੇ ਉਹ ਫਾਰਮਰ ਇਸ਼ੂ ਸੀ, ਚਾਹੇ ਕੋਈ ਆਂਗਣਵਾੜੀਆਂ ਦਾ ਇਸ਼ੂ ਸੀ, ਚਾਹੇ ਕੋਈ ਹੋਰ ਮੁੱਦੇ ਸਨ, ਉਹ ਅਸੀਂ ਸਮੇਂ ਮੁਤਾਬਕ ਚੱਕਣ ਦੀ ਕੋਸ਼ਿਸ਼ ਕੀਤੀ। ਕਾਲ ਅਟੈਂਸ਼ਨ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਫਾਰਮਰਸ ਦੇ ਨਾਲ ਵਿਤਕਰਾ ਹੋ ਰਿਹਾ ਹੈ, ਸਪੈਸ਼ਲ ਗਿਰਦਾਵਰੀ ਦੇ ਹਜੇ ਆਰਡਰ ਨਹੀਂ ਹੋਏ ਹੈ, ਮੀਂਹ ਦੇ ਨਾਲ ਫਸਲਾਂ ਖਰਾਬ ਹੋ ਚੁੱਕੀਆਂ ਤੇ ਉਹਨਾਂ ਨੂੰ ਢੁਕਦਾ ਮੁਆਵਜ਼ਾ ਦੇਣਾ ਚਾਹੀਦਾ, ਜਦ ਕਿ ਕੇਜਰੀਵਾਲ ਸਰਕਾਰ ਨੇ ਕਿਹਾ ਸੀ ਕਿ 50,000 ਰੁਪਇਆ ਲਗਭਗ ਅਸੀਂ ਦਿੱਲੀ ਦੇ ਅੰਦਰ ਮੁਆਵਜ਼ਾ ਦਿੰਦੇ ਹਾਂ। ਫਿਰ ਜਦੋਂ ਇਹ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਪਰ ਹੈਕਟੇਅਰ ਦਾ ਕਿਹਾ ਸੀ ਤੇ ਅਸੀਂ ਕਿਹਾ ਪਰ ਹੈਕਟੇਅਰ ਦਾ ਅਗਰ ਤੁਸੀਂ ਲਾਓਗੇ ਤਾਂ ਤਦ ਵੀ ਸਾਨੂੰ ਮਨਜ਼ੂਰ ਹੈ, ਕਾਫੀ ਪੈਸੇ ਕਿਸਾਨਾਂ ਨੂੰ ਮਿਲ ਜਾਣਗੇ ਕਿਉਂਕਿ ਪੁੱਤਾਂ ਨਾਲੋਂ ਪਿਆਰੀਆਂ ਫਸਲਾਂ ਕਿਸਾਨ ਦੀਆਂ ਬਾਰਿਸ਼ ਦੀ ਵਜ੍ਹਾ ਕਾਰਨ ਬਰਬਾਦ ਹੋ ਗਈਆਂ ਹਨ। ਸੋ ਉਸ ਤੋਂ ਬਾਅਦ ਸੀਗਾ ਮੇਜ਼ ਤੇ ਰੱਖਣ ਵਾਲੇ ਕਾਗਜ਼ ਪੱਤਰ। ਸੋ ਉਹ ਬਿਜ਼ਨਸ ਦਾ ਕਾਗਜ਼ ਹੈ ਜਿਹੜਾ ਸਾਡੇ ਮੇਜ਼ ਤੇ ਰੱਖਿਆ ਗਿਆ। ਇਹ ਹੈ ਕਾਰਵਾਈ ਕਿ ਕਾਰਵਾਈ ਜਿਹੜੀ ਹੈ ਅੱਜ ਦੇ ਵਿਧਾਨ ਸਭਾ 'ਚ ਹੋਏਗੀ। ਇਸ ਤੋਂ ਬਿਨਾਂ ਕੋਈ ਬਿਜ਼ਨਸ ਨਹੀਂ ਹੋਊਗਾ, ਯਾਨੀ ਕਿ ਇਸ ਤੋਂ ਬਿਨਾਂ ਕੋਈ ਕਾਰ ਵਿਹਾਰ ਨਹੀਂ ਹੋਊਗਾ। ਸੋ ਤੁਸੀਂ ਦੇਖ ਰਹੇ ਹੋ ਧਿਆਨ ਦਿਵਾਓ ਨੋਟਿਸ ਜਿਹੜਾ ਪ੍ਰਤਾਪ ਸਿੰਘ ਬਾਜਵਾ ਜੀ ਲੈ ਕੇ ਆਏ ਤੇ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ, ਵਿਕਰਮ ਸਿੰਘ ਚੌਧਰੀ ਪਹਿਲਾ ਪੁਆਇੰਟ, ਬਰਿੰਦਰ ਕੁਮਾਰ ਗੋਇਲ ਫਿਰ ਉਹ ਖੇਤੀਬਾੜੀ ਤੇ ਉਹਨਾਂ ਨੇ ਸੈਕਿੰਡ ਕੀਤਾ। ਇਹੀ ਧਿਆਨ ਦਿਵਾਓ ਨੂੰ ਮੇਜ਼ ਤੇ ਰੱਖੇ ਜਾਣ ਵਾਲੇ ਕਾਗਜ਼ ਪੁਆਇੰਟ ਨੰਬਰ 1, ਪੁਆਇੰਟ ਨੰਬਰ 2, ਪੁਆਇੰਟ 3, ਪੁਆਇੰਟ 4, ਪੁਆਇੰਟ 5, ਪੁਆਇੰਟ 6, ਪੁਆਇੰਟ 7 7 ਉਹ ਕਾਗਜ਼ ਰੱਖਣੇ ਹੁੰਦੇ ਆ ਮੇਜ਼ ਤੇ, ਟੇਬਲ ਕਰਨੀ ਹੈ ਕਾਰਵਾਈ। 8, 9, 10, 11 ਯਾਨੀ ਕਿ ਸਮਾਪਤ 12 ਤੱਕ। ਫਿਰ ਸੀਗਾ ਵਿਧਾਨਕ ਕੰਮਕਾਰ। ਹੋਰ ਅਗਲਾ ਬਿਜ਼ਨਸ ਕੀ ਆ? ਇਹ 3 ਪੰਜਾਬ ਸਟੇਟ ਵਿਜੀਲੈਂਸ ਇਹ ਬਿੱਲ ਲੈ ਕੇ ਆਉਂਦੇ ਦੀ ਪੰਜਾਬ ਪੇਂਡੂ ਸਾਂਝੀਆਂ ਜ਼ਮੀਨਾਂ ਤੇ ਪੰਜਾਬ ਗੁੱਡਸ ਐਂਡ ਸਰਵਿਸਿਜ਼। ਇਹ 3 ਬਿੱਲ ਆਏ। ਅੱਜ ਮਾਨ ਸਾਹਿਬ ਆਏ ਸੀ ਜਦੋਂ ਵਿਜੀਲੈਂਸ ਦਾ, ਕਿਉਂਕਿ ਉਹ ਵਿਜੀਲੈਂਸ ਉਹਨਾਂ ਦੇ ਅੰਡਰ ਹੈ, ਇਸ ਕਰਕੇ ਉਹਨਾਂ ਨੂੰ ਆਉਣਾ ਪਿਆ ਤੇ ਉਹਨਾਂ ਨੇ ਇਹ ਬਿੱਲ ਪੇਸ਼ ਕੀਤਾ। ਇਸ ਤੋਂ ਬਿਨਾਂ ਬਿਜ਼ਨਸ ਨਹੀਂ ਸੀਗਾ, ਜਾਣੀ ਕਿ 29 ਸਤੰਬਰ 2022 ਨੂੰ 1 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲਾ ਸੈਸ਼ਨ ਜੀਰਾ ਬਿਜ਼ਨਸ ਅੱਜ 12 ਵਜੇ ਖਤਮ ਹੋ ਜਾਣਾ ਸੀਗਾ। ਇਹ ਅਸੀਂ ਨਹੀਂ ਕੀਤਾ, ਇਹ ਵਿਧਾਨ ਸਭਾ ਸਪੀਕਰ ਤੇ ਸਰਕਾਰ ਦੀ ਮਨਮਰਜ਼ੀ ਹੁੰਦੀ ਹੈ, ਉਹਨਾਂ ਨੇ ਰੱਖਿਆ ਗਿਆ। ਅਸੀਂ ਚਾਹੁੰਦੇ ਸੀ ਕਿ ਮੁੱਦਿਆਂ ਤੇ ਚਰਚਾ ਹੋਵੇ, ਲੇਕਿਨ ਫਿਰ ਅੱਜ ਦੁਬਾਰਾ ਫਿਰ ਸਪੀਕਰ ਸਾਹਿਬ ਵੱਲੋਂ ਮਿਸਲੀਡ ਕੀਤਾ ਗਿਆ। ਪੂਰੇ ਪੰਜਾਬ ਦੇ ਲੋਕਾਂ ਨੂੰ ਭਾਵਕ ਹੋ ਕੇ ਇੱਕ ਭਾਸ਼ਣ ਦੇ ਰਾਹੀਂ
स्पीकर ने संबोधन करदियां कहा कि असी 3:30 वजे तक ये विधान सभा सैशन चलाउणा सीगा, लेकिन इनू 12:30 ही मुकाउणा पै रहा क्योंकि जिहड़ी विरोधी धिर आ वो इसनू चलन नहीं दे रही। जबकि सच्चाई कुछ होर सी। तुहानू मैं दसदा कि बिजनेस कोई होर है नहीं सी, विधान सभा का सैशन बंद करना पैना सी। कार्रवाई तुहाडे वास्ते जानकारी देना चाहुंदा, कल भी असी पूरा दिन 3.5 घंटे खड़े रहे, लेकिन जिहड़ा विधान सभा का सत्र सीगा वो शाम के 6 बजे तक चलता रहा आपकी मन मर्जी के नाल। सो कहने का भाव अज बिजनेस कोई नहीं सी, इस करके इन्होंने वो बंद करता। लोगों को मिसलीड नहीं करना चाहिए। अज रौला पाउण का कारण ये सीगा कि मुख्यमंत्री साहब जो पहुंचे तो LOP साहब ने खड़े होकर कहा कि कल वाला जिहड़ा बहुत भखदा मुद्दा से असी नहीं चाहते सी कि असी उस मुद्दे ते दोबारा फिर प्रदर्शन करिए, नारेबाजी करिए तो वैल च जाइए। इसे करके क्या कि मुख्यमंत्री साहब इस मुद्दे ते खड़े होकर बयान दे देन कि की होएगा, लेकिन उन्होंने बयान देने तो गुरेज की तो मजबूरन तौर पर ओपोजिशन नूं वैल च जाके नारेबाजी करनी पई, उस मुद्दे की लड़ाई लड़नी पई। दोस्तों मैं बेनती करना चाहना कि बहुत अहम मुद्दे सन। मैं पहला भी कहा कि GST ते इन्होंने कहा सी पहले दिन चर्चा करनी है, हालांकि वो चर्चा हंगामे का बन के रह गई। और ते भी तैयारी पूर्ण सरकार दे सामने विरोधी साडी सीगी, लेकिन उन्होंने बिना चर्चे वाला विषय GST पावर ते स्टबल बर्निंग यानी कि पराली वाला बिना इन्हां मुद्दों पर चर्चा कित्या कॉन्फिडेंस मोशन विखावा ऑपरेशन लोटस की गल करनी शुरू की तो उत्थे बहस बसैया हो गया। तो इस करके स्पीकर साहब ने सानू लगदे हथी पहले ही दिन 15 मिनट सस्पेंड करके बाहर भेज दिता, लेकिन असी फिर सदन के बाहर आपकी कार्रवाई शुरू की। तुहाडी याददाश्त वास्ते दसना चाहना है जिहड़ी ये GST ते मीटिंग करनी चाहते चर्चा करनी चाहते सी 29 जून नूं जदों सेंटर की FM जिहड़ी मिनिस्टर सी वो इत्थे आए, चंडीगढ़ आई, GST कौंसल की मीटिंग हुई जिहदे विच चीमा साहब ने भाग लिया। तो उत्थे रोजाना जरूरत दियां वस्तुआं दाल दुध दही पनीर ते 5 रुपए 5% GST लाउण दा फैसला किया। एक वारी पंजाब दे खजाना मंत्री ने विरोध नहीं जताया कि असी खाण पीण वालियां वस्तुआं जिन्हां ते कदे जिंदगी GST या टैक्स नहीं लग्या वो असी नहीं होण देंगे। क्यों? क्योंकि इन्हां दे मन विच सी सानू इस दे नाल टैक्स कलैक्शन साडी वधेगी ते सानू मुनाफा होएगा। दाल दुध इन्हां चीज़ां ते भी अज टैक्स GST ला दिता गया। किन्हां दी बदौलत? पंजाब सरकार ते खजाना मंत्री साहब की बदौलत। तुसी इसलिए अगे भी दसना चाहना है कि हो सकता है 5% GST लगन नाल थोड़ी कलैक्शन वध गई होवे, पर मैं ये दसना चाहना है कि आंकड़े पेश करना चाहना है कि इस तो पहला जब 5% GST लग्या नहीं सी उदों अप्रैल की कलैक्शन जिहड़ी सी जो शुरू सरकार बनी है 1994 करोड़ रुपया सी, जबकि हुण तुहाडी जिहड़ी कलैक्शन हैगी है अगस्त महीने दी वो 1651 करोड़ हो गई है। यानी कि 1994 करोड़ तो 1651 करोड़ की जिहड़ी हुण कलैक्शन आई है 334 करोड़ दा घट गई है। इहदा जिम्मेदार कौन हो सकता है? तुसी इस मुद्दे ते बहस करनी चाहते सन। GST कंपनसेशन भी जिहड़ा आने वाले समय दे विच बंद हो जाएगा, यानी कि 1500-1600 करोड़ रुपए का जिहड़ी सेंटर सरकार सानू पहले 5 साल वो दिंदी रही है वो भी हुण नहीं मिलेगा। तो तुसी किसी तरीके का कोई बंदोबस्त कोई ऐसा प्रबंध नहीं किया, पता नहीं वो जो बंद होएगा किद्दां काम तुसी चलाओगे। साडी सरकार यानी कि 2021-2022 विच 16,681 करोड़ GST कलैक्शन की गई सी। दोबारे दसना चाहना है 16,681 करोड़ की साडी सरकार समय यानी कि 2020-21-2022 कलैक्शन हुई सी। ते हुण अगर गल करिए 2020 ते 2021 नालों होने वाली जिहड़ी कलैक्शन है वो 37% होने वाली कलैक्शन नालों वध सी। साडी कलैक्शन तुहाडी कलैक्शन नालों 37% वध सी।
ਇਹ ਅੰਕੜੇ ਕਹਿ ਰਹੇ ਨੇ। ਤੇ GST ਤੇ ਕਿਹੜਾ ਤੁਸੀਂ ਕੋਈ ਚਰਚਾ ਕਰਨਾ ਚੰਗਾ ਹੁੰਦਾ ਅਗਰ ਤੁਸੀਂ ਜਿਹੜਾ 5% ਵਾਧੂ ਬੋਝ ਪੰਜਾਬ ਦੇ ਲੋਕਾਂ ਤੇ ਦੁੱਧ ਦਾ, ਦਾਲਾਂ ਦਾ, ਦਹੀਂ ਦਾ, ਮੱਖਣ ਦਾ ਪਾਇਆ, ਤੁਸੀਂ ਪ੍ਰਸਤਾਵ ਲੈ ਕੇ ਆਉਂਦੇ ਵਿਧਾਨ ਸਭਾ ਦੇ ਵਿੱਚ, ਰੈਜ਼ੋਲੂਸ਼ਨ ਲਿਆਉਂਦੇ ਕੌਨਫੀਡੈਂਸ ਮੋਸ਼ਨ ਦੀ ਥਾਂ ਤੇ ਕਿ ਇਹ ਟੈਕਸ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਏਗਾ ਤੇ ਗਰੀਬਾਂ ਨੂੰ ਇਸ ਗੱਲ ਦਾ ਫਾਇਦਾ ਮਿਲਦਾ ਕਿ ਸਾਨੂੰ ਇਸ ਗੱਲ ਦੀ ਮਦਦ ਮਿਲਦੀ। ਸਟਬਲ ਬਰਨਿੰਗ ਦੀ ਗੱਲ ਤੁਸੀਂ ਕੀਤੀ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹੁੰਦਾ। ਤੁਸੀਂ ਹਮੇਸ਼ਾ ਦਿੱਲੀ ਦੇ ਨੇ ਇਲਜ਼ਾਮਤ ਲਾਏ, ਤੁਹਾਡੀ ਸਰਕਾਰ ਉੱਥੇ ਸੀ, ਤੁਸੀਂ ਕਿਹਾ ਕਿ ਪੋਲਿਊਸ਼ਨ ਯਾਨੀ ਕਿ ਜਿਹੜਾ ਵਾਤਾਵਰਨ ਦੂਸ਼ਿਤ ਕੀਤਾ ਜਾਂਦਾ ਉਹ ਪੰਜਾਬ ਦੇ ਲੋਕ ਜਦੋਂ ਪਰਾਲੀ ਸਾੜਦੇ ਉਦੋਂ ਹੁੰਦੇ ਆ। ਹਾਲਾਂਕਿ ਸਦੀਆਂ ਤੋਂ ਪਰਾਲੀ ਸੜਦੀ ਆ ਰਹੀ ਹੈ। ਮੈਂ ਪਰਾਲੀ ਸਾੜਨ ਦੇ ਹੱਕ 'ਚ ਨਹੀਂ ਹਾਂ, ਮੈਂ ਵਾਤਾਵਰਨ ਦੂਸ਼ਿਤ ਕਰਨ ਦੇ ਹੱਕ 'ਚ ਨਹੀਂ ਹੈ। ਸਾਨੂੰ ਉਪਰਾਲੇ ਕਰਨੇ ਚਾਹੀਦੇ ਨੇ ਕਿ ਇਸ ਨੂੰ ਕਿਵੇਂ ਰੋਕਿਆ ਜਾਵੇ, ਕਿਸ ਤਰ੍ਹਾਂ ਪੁਖਤਾ ਬੰਦੋਬਸਤ ਕੀਤੇ ਜਾਣ, ਕਿਸ ਤਰ੍ਹਾਂ ਕਿਸਾਨ ਭਰਾਵਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਉਹ ਪਰਾਲੀ ਨਾ ਸਾੜਨ। ਮੈਨੂੰ ਨਹੀਂ ਲੱਗਦਾ ਕਿਸੇ ਕਿਸਾਨ ਦਾ ਚਿੱਤ ਕਰਦਾ ਹੈ, ਪਰ ਉਹਨਾਂ ਕੋਲੇ ਕੋਈ ਰਾਹ ਨਹੀਂ ਹੈ, ਉਹਨਾਂ ਕੋਲੇ ਕੋਈ ਉਪਰਾਲਾ ਨਹੀਂ ਹੈ, ਉਹਨਾਂ ਕੋਲੇ ਕੋਈ ਬੰਦੋਬਸਤ ਨਹੀਂ ਹੈ। ਤੇਲ ਦੀਆਂ ਕੀਮਤਾਂ ਆਸਮਾਨ ਤੇ ਲੱਗ ਗਈਆਂ, ਇਸ ਕਰਕੇ ਕਿਸਾਨ ਉਹਨੂੰ ਅੱਗ ਲਾਉਣਾ ਪਸੰਦ ਕਰਦਾ। ਹਾਲਾਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਧੂਏ ਨਾਲ ਹੋਣ ਵਾਲਾ ਪੋਲਿਊਸ਼ਨ ਨਾਲ ਦਾ ਨੁਕਸਾਨ ਦੇ ਖਮਿਆਜੇ ਸਾਨੂੰ ਆਉਣ ਵਾਲੇ ਸਮੇਂ 'ਚ ਗੰਭੀਰ ਹੋਣਗੇ। ਲੇਕਿਨ ਜਦੋਂ ਅੰਕੜੇ ਆਏ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਹਾਈਐਸਟ ਕਲਸਟਰ ਆਫ ਸਮਾਲ ਸਕੇਲ ਇੰਡਸਟਰੀ ਹੈ ਇੰਡੀਆ 'ਚ, ਜਿਹੜੀਆਂ ਛੋਟੀਆਂ ਜਿਹੜੀਆਂ ਇੰਡਸਟਰੀ ਲੱਗੀਆਂ, ਅਰਾਊਂਡ 3182 ਇੰਡਸਟਰੀ ਯੂਨਿਟ ਲੱਗੇ ਨੇ ਦਿੱਲੀ ਦੇ ਵਿੱਚ, ਔਰ 18.6 ਜਿਹੜਾ ਪੋਲਿਊਸ਼ਨ ਪਰਸੈਂਟੇਜ ਹੈ 18.6 ਉਹ ਦਿੱਲੀ ਦੀਆਂ 3182 ਇਹਨਾਂ ਫੈਕਟਰੀਆਂ ਤੋਂ ਆਉਂਦਾ ਹੈ। ਇਹ ਪੰਜਾਬ ਦਾ ਕਿਸਾਨ ਪੋਲਿਊਸ਼ਨ ਨਹੀਂ ਫੈਲਾਉਂਦਾ। ਇਹ ਵੀ ਦੱਸਣਾ ਚਾਹੁੰਦਾ ਕਿ 28% ਪੋਲਿਊਸ਼ਨ ਦਿੱਲੀ ਦੇ ਜਿਹੜੇ ਵਾਹਨ ਨੇ ਯਾਨੀ ਕਿ ਵਾਹੀਕਲ ਨੇ, ਕਾਰਾਂ, ਜੀਪਾਂ, ਮੋਟਰਸਾਈਕਲ, ਸਕੂਟਰ ਆਦਿ, ਬੱਸਾਂ, ਉਹਨਾਂ ਤੋਂ 28% ਪੋਲਿਊਸ਼ਨ ਆਉਂਦਾ। ਔਰ ਦਿੱਲੀ ਜਿਹੜੀ ਸਭ ਤੋਂ ਪੋਲਿਊਟਡ ਹੈ, ਅੱਜ ਤੱਕ ਕੀ ਉਪਰਾਲਾ ਹੋਇਆ ਪੋਲਿਊਸ਼ਨ ਨੂੰ ਬੰਦ ਕਰਨ ਵਾਸਤੇ, ਇਹ ਵੀ ਦੱਸਣਾ ਚਾਹੁੰਦਾ। ਦਿੱਲੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ ਸਟਬਲ ਬਰਨਿੰਗ ਤੇ ਯਾਨੀ ਕਿ ਪਰਾਲੀ ਤੇ ਡੀਕੰਪੋਜ਼ ਦੇ ਉੱਤੇ ਉਹਨੂੰ ਸਾਂਭ ਸੰਭਾਲ, ਉਹਨੂੰ ਡੀਕੰਪੋਜ਼ ਕਰਨ ਵਾਸਤੇ 68 ਲੱਖ ਰੁਪਏ ਖਰਚ ਦਿੱਤੇ ਹਨ। ਤੇ 68 ਲੱਖ ਰੁਪਏ ਨਾਲ ਉਹ ਚਾਹੁੰਦੇ ਨੇ, ਜੋ ਦਿੱਲੀ ਨੇ ਉੱਥੇ ਕੀਤਾ ਹੈ, ਤੇ ਪੰਜਾਬ ਵਾਲੇ ਕਹਿੰਦੇ ਅਸੀਂ ਇਸ ਮੁੱਦੇ ਤੇ ਜਾਣੀ ਕਿ ਪਰਾਲੀ ਦੇ ਮੁੱਦੇ ਤੇ ਨਾ ਸਾੜਨ ਤੇ ਚਰਚਾ ਕਰਨੀ ਹੈ। ਦਿੱਲੀ ਸਰਕਾਰ ਨੇ 68 ਲੱਖ ਡੀਕੰਪੋਜ਼ ਤੇ ਖਰਚੇ, ਜਦਕਿ 23 ਕਰੋੜ ਦਾ ਖਰਚ ਜਿਹੜਾ ਹੈ ਉਹਦੀ ਐਡਵਰਟਾਈਜ਼ਮੈਂਟ ਤੇ ਹੋਇਆ ਹੈ। ਮੈਂ ਨਹੀਂ ਕਹਿ ਰਿਹਾ, ਇਹ RTI ਕਹਿ ਰਹੀ ਹੈ, ਇਹ ਅੰਕੜੇ ਕਹਿ ਰਹੇ। ਅਗਰ ਮੇਰੀ ਗੱਲ ਗਲਤ ਹੋਵੇ ਤਾਂ ਮੈਂ ਇਸ ਗੱਲ ਦੀ ਸਮੂਹ ਸੰਗਤ ਤੋਂ ਮਾਫੀ ਪਬਲਿਕਲੀ ਮੰਗਾਂਗਾ। 68 ਲੱਖ ਰੁਪਏ ਦਾ ਡੀਕੰਪੋਜ਼ ਤਿਆਰ ਕੀਤਾ ਗਿਆ ਕਿਸਾਨਾਂ ਦੀ ਸਟਬਲ ਬਰਨਿੰਗ ਦਾ ਹੱਲ ਕਰਨ ਵਾਸਤੇ, ਯਾਨੀ ਕਿ ਪਰਾਲੀ ਦਾ ਹੱਲ ਕਰਨ ਵਾਸਤੇ, ਤੇ 23 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਤੇ ਖਰਚ ਕੀਤਾ। ਕਿੰਨੀ ਕੁ ਸੰਜੀਦਗੀ ਹੋਏਗੀ ਤੁਸੀਂ ਸਮਝ ਸਕਦੇ ਹੋ ਇਸ ਮੁੱਦੇ ਦੇ ਪ੍ਰਤੀ। ਔਰ ਮਾਂ ਦਿਆਂ ਸ਼ੇਰਾਂ ਨੇ ਇਹ GST ਦਾ ਮੁੱਦਾ ਔਰ ਇਹ ਸਟਬਲ ਬਰਨਿੰਗ ਦਾ ਮੁੱਦਾ ਅੱਧੇ ਘੰਟੇ ਦੀ ਚਰਚਾ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ। ਇਹਨਾਂ ਮੁੱਦਿਆਂ ਤੇ ਘੱਟੋ ਘੱਟ ਇੱਕ ਪੂਰਾ ਦਿਨ ਜਿਹੜੀ ਚਰਚਾ ਹੋਣੀ ਚਾਹੀਦੀ। ਪੰਜਾਬ ਦੇ ਲੋਕ ਜਾਣਦੇ ਨੇ MSP ਤੇ ਮੂੰਗ ਲੈਣ ਦਾ ਫੈਸਲਾ, ਮੂੰਗੀ ਦੀ ਦਾਲ ਦਾ, ਕਿੰਨੀ ਮੂੰਗੀ, ਇਹ ਵੀ ਤੁਸੀਂ ਅੰਕੜੇ ਪੜ੍ਹੇ ਹੋਣਗੇ ਕਿ ਕਿੰਨੀ ਕੁ ਮੂੰਗੀ ਹੈ, ਜਿਹੜੀ ਮੂੰਗ ਦਾਲ ਹੈ ਜਿਹੜੀ ਕਿ ਪੰਜਾਬ ਸਰਕਾਰ ਨੇ MSP ਤੇ ਖਰੀਦੀ ਹੈ। ਕਿਸਾਨ ਖੱਜਲ ਖਰਾਬ ਹੋਇਆ, ਮੰਡੀਆਂ 'ਚ ਰੁਲਿਆ, ਲੇਕਿਨ ਇਸ ਮੁੱਦੇ ਤੇ ਚਰਚਾ ਕਰਨ ਲਈ ਸਰਕਾਰ ਤਿਆਰ ਨਹੀਂ ਹੈ। ਇਹ ਵੀ ਫੈਸਲਾ ਹੋਇਆ ਸੀਗਾ ਕਿ ਅਸੀਂ 2500 ਰੁਪਇਆ ਕਿਸਾਨ ਨੂੰ ਦੇਵਾਂਗੇ, 1500 ਕੇਂਦਰ ਦੀ ਸਰਕਾਰ ਔਰ 500 ਦਿੱਲੀ ਸਰਕਾਰ, ਲੇਕਿਨ ਹਜੇ ਤੱਕ ਉਹਨਾਂ ਨੇ ਮਨਾ ਕਰਤਾ। ਕੇਂਦਰ ਸਰਕਾਰ ਨੇ 500 ਜਾਂ 1000 ਦਾ ਵੀ ਕੋਈ ਐਸਾ ਫੈਸਲਾ ਹਜੇ ਦਿੱਲੀ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਵਾਸਤੇ ਲੈ ਨਹੀਂ ਸਕੀ। ਇਹਦੇ ਤੇ ਚਰਚਾ ਕਰਨ ਦੀ ਲੋੜ ਹੈ। ਕੱਲਾ ਪਰਾਲੀ ਦੇ ਮੁੱਦੇ ਤੇ ਚਰਚਾ ਕਰਨੀ ਸਮੱਸਿਆ ਦਾ ਹੱਲ ਨਹੀਂ ਹੈ। ਮਗਰਲੀਆਂ ਸਮੇਂ ਦੀਆਂ ਸਰਕਾਰਾਂ ਨੇ ਵੀ ਵਾਰ-ਵਾਰ ਪਰਾਲੀ ਦੇ ਮੁੱਦੇ ਤੇ ਚਰਚਾ ਕੀਤੀ, ਲੇਕਿਨ ਹੱਲ ਕੋਈ ਨਹੀਂ ਨਿਕਲਿਆ। ਔਰ ਮੈਂ ਇਹ ਸਮਝਦਾ ਕਿ ਅਗਰ ਇਹਦਾ ਪੁਖਤਾ ਸਰਕਾਰ ਹੱਲ ਕਰਨਾ ਚਾਹੁੰਦੀ ਹੈ ਤਾਂ ਇਹਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ। ਹਰ ਮੁੱਦੇ ਨੂੰ, ਆ ਜਿਹੜੀ ਮੈਂ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਿਹਾ ਸੀ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਸਰਦਾਰ ਗੁਰਕੀਰਤ ਪਾਲ ਸਿੰਘ IAS ਜਿਹੜੇ ਕਿ
ਜਿਨ੍ਹਾਂ ਕੋਲੇ ਪਬਲਿਕ ਰਿਲੇਸ਼ਨ ਤੇ ਡਿਪਾਰਟਮੈਂਟ ਸੀਗਾ, ਜਿਨ੍ਹਾਂ ਦੇ ਅੰਡਰ ਸਾਈਨਿੰਗ ਦੇ ਨਾਲ ਆ ਜਿਹੜੀ ਐਡਵਰਟਾਈਜ਼ਮੈਂਟ ਲੱਗਦੀ ਹੈ ਹੁੰਦੀ ਹੈ ਅਖਬਾਰਾਂ ਦੇ ਵਿੱਚ। ਔਰ ਮੇਰਾ ਖਿਆਲ 200 ਦਿਨਾਂ 'ਚ 400 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਐਵਰੇਜ ਸਰਕਾਰ ਨੇ ਦੇ ਦਿੱਤੀ ਗਈ ਹੈ। ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ, ਬੜੀ ਜ਼ਰੂਰੀ ਗੱਲ ਹੈ ਕਿ ਇਹਦੇ ਮੰਤਰੀ ਅਮਨ ਅਰੋੜਾ ਜੀ ਇੱਕ ਵਰਬਲੀ ਮੂੰਹ ਜ਼ੁਬਾਨੀ ਆਰਡਰ ਦੇ ਦਿੰਦੇ ਸੀ। ਅੱਜ ਕਿਸੇ ਮੀਡੀਆ ਸੈਂਟਰ ਨੇ ਵੀ ਇਹ ਖਬਰ ਲਾਈ ਹੈ, ਗੁਰਕੀਰਤ ਪਾਲ ਉਹਨਾਂ ਨੇ ਕਿਹਾ ਕਿ ਮੈਨੂੰ ਰਿਟਨ ਆਰਡਰ ਦਿਓ, ਕਿਉਂ ਤਾਂ ਜੋ ਇਹਦਾ ਆਡਿਟ ਹੁੰਦਾ ਹੈ, ਦਿੱਲੀ ਦੀਆਂ ਸਰਕਾਰਾਂ ਇਹਨੂੰ ਆਡਿਟ ਕਰਦੀਆਂ, ਆਡਿਟ ਆਬਜੈਕਸ਼ਨ ਹੋ ਜਾਂਦੇ ਹੈ, ਕੱਲ ਨੂੰ ਕਿਸੇ ਤੇ ਕਾਰਵਾਈ ਹੋ ਸਕਦੀ ਹੈ। ਤੇ ਉਹਨਾਂ ਨੇ ਰਿਟਨ ਆਰਡਰ ਨਹੀਂ ਦਿੱਤੇ ਕਿਉਂਕਿ ਬਹੁਤ ਸਾਰੀਆਂ ਇਨਸਟਰਕਸ਼ਨ ਹੈਗੀਆਂ ਕਿ ਕਿਵੇਂ ਐਡ ਲਾਈ ਜਾ ਸਕਦੀ ਹੈ, ਕਿਹਦੀ ਫੋਟੋ ਲੱਗ ਸਕਦੀ ਹੈ, ਕੀ ਲਿਖਿਆ ਜਾ ਸਕਦਾ ਹੈ, ਇਹਦਾ ਸਪੈਸੀਫਿਕ ਇੱਕ ਫਾਰਮੈਟ ਹੈਗਾ। ਉਹ तमाम ਚੀਜ਼ਾਂ ਦੀ ਉਲੰਘਣਾ ਸਰਕਾਰ ਕਰ ਰਹੀ ਸੀ। ਤੇ ਗੁਰਕੀਰਤ ਪਾਲ ਸਿੰਘ ਜਿਹੜੇ ਕਿ ਫੂਡ ਦੇ ਵੀ ਪ੍ਰਿੰਸੀਪਲ ਸੈਕਟਰੀ ਸਨ ਔਰ ਨਾਲ ਹੀ ਪਬਲਿਕ ਰਿਲੇਸ਼ਨ ਵੀ ਉਹਨਾਂ ਕੋਲੇ ਸੀ, ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਹੱਥ ਖੜੇ ਕਰਕੇ ਸਰਕਾਰ ਦੇ ਮੂਹਰੇ ਇਹ ਕਹਿ ਦਿੱਤਾ ਕਿ ਮੈਂ ਇਸ ਤਰ੍ਹਾਂ ਐਡਵਰਟਾਈਜ਼ਮੈਂਟ ਨਹੀਂ ਅਪਰੂਵ ਕਰਾਂਗਾ। ਸੋ ਕਿਰਪਾ ਕਰਕੇ ਤਾਂ ਜੋ ਕੱਲ ਨੂੰ ਮੇਰਾ ਆਡਿਟ ਆਬਜੈਕਸ਼ਨ ਹੋਣਗੇ, ਮੈਨੂੰ ਇਸ ਅਹੁਦੇ ਤੋਂ ਬਦਲ ਦਿੱਤਾ ਜਾਵੇ। ਤੇ ਸਰਕਾਰ ਨੇ ਇਹਨੂੰ ਦੇਖਦਿਆਂ ਹੋਇਆਂ ਚੁੱਪ ਚਪੀਤੇ ਸਰਦਾਰ ਗੁਰਕੀਰਤ ਪਾਲ ਸਿੰਘ ਜੀ ਦੀ ਟ੍ਰਾਂਸਫਰ ਕਰ ਦਿੱਤੀ ਗਈ ਹੈ। ਸੋ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ। ਇਸ ਮੁੱਦੇ ਤੇ ਚਰਚਾ ਕਰਨ ਦੀ ਲੋੜ ਸੀ ਕਿ ਪੰਜਾਬ ਦਾ ਮਿਹਨਤ ਨਾਲ ਕਮਾਇਆ ਪੈਸਾ, ਜਿਹੜਾ ਲੋਕਾਂ ਦਾ ਟੈਕਸ ਦਾ ਪੈਸਾ ਅਖਬਾਰਾਂ ਦੇ ਰਾਹੀਂ ਔਰ ਐਡਵਰਟਾਈਜ਼ਮੈਂਟ ਦੇ ਰਾਹੀਂ ਕਿਉਂ ਉਡਾਇਆ ਜਾ ਰਿਹਾ ਹੈ। ਸਾਥੀਓ, ਇੱਥੇ ਵੀ ਦੱਸਣਾ ਚਾਹਾਂਗਾ, ਕਿਸੇ ਚੀਜ਼ ਦੀ, ਮਾੜੀ ਚੀਜ਼ ਦੀ ਮਸ਼ਹੂਰੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਨਵੀਂ ਚੀਜ਼ ਦੀ ਮਸ਼ਹੂਰੀ ਦੀ, ਜਿਹੜੀ ਚੀਜ਼ ਵਿਕ ਨਾ ਰਹੀ ਹੋਵੇ, ਹਮੇਸ਼ਾ ਚਾਹੇ ਉਹ ਪ੍ਰੋਡਕਟ ਹੈ ਚਾਹੇ ਕੋਈ ਚੀਜ਼ ਹੈ, ਉਹਦੀ ਅਸੀਂ ਟੀਵੀ ਟੈਲੀਵਿਜ਼ਨ ਤੇ ਅਖਬਾਰ ਤੇ ਮਸ਼ਹੂਰੀ ਕਰਦੇ ਹਾਂ। ਨਵਾਂ ਕੋਈ ਸੈਂਟਰ ਖੁੱਲ੍ਹਦਾ ਹੈ, ਉਹਨੂੰ ਅਸੀਂ ਅਖਬਾਰਾਂ ਦੇ ਵਿੱਚ ਉਹਦੇ ਪੈਂਫਲੇਟ ਪਾ ਕੇ ਉਹਦੀ ਮਸ਼ਹੂਰੀ ਕਰਦੇ ਹਾਂ। ਜੇ ਕੰਮ ਚੰਗਾ ਹੋਵੇ, ਜੇ ਤੁਹਾਡੀ ਸੋਚ ਚੰਗੀ ਹੋਵੇ, ਤਾਂ ਕਿਸੇ ਚੀਜ਼ ਦੀ ਮੈਨੂੰ ਲੱਗਦਾ ਹੈ ਮਸ਼ਹੂਰੀ ਦੀ ਜ਼ਰੂਰਤ ਨਹੀਂ ਹੈ। ਆਖਿਰਕਾਰ ਹੋਰ ਬਹੁਤ ਸਾਰੇ ਮੁੱਦੇ ਸਨ, ਸਾਨੂੰ ਕਿਹਾ ਗਿਆ ਕਿ ਮੁੱਦਿਆਂ ਦੀ ਗੱਲ ਕਰਨੀ ਹੈ। ਮੁੱਦੇ ਹੈਗੇ ਨੇ, ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਚਰਚਾ ਕਰ ਸਕਦੇ ਹਾਂ, ਗੱਲ ਕਰ ਸਕਦੇ ਹਾਂ। ਬੇਰੁਜ਼ਗਾਰੀ, ਤੁਸੀਂ ਕਿਹਾ ਸੀ ਕਿ ਨੌਕਰੀਆਂ ਦੇਣ ਦਾ ਕੰਮ, ਤੁਸੀਂ ਕਿਹਾ ਸੀ 6 ਮਹੀਨਿਆਂ ਵਿੱਚ 20,000 ਨੌਕਰੀਆਂ ਦਿੱਤੀਆਂ ਅਤੇ ਹੁਣ ਨੌਜਵਾਨ ਵਿਦੇਸ਼ ਜਾਣ ਦਾ ਰੁਖ ਬਦਲਣ ਲੱਗ ਗਏ ਹਨ। ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰ ਇਸ ਸਦਨ ਵਿੱਚ ਦੱਸੇ, ਸਾਡੇ ਸਦਨ ਵਿੱਚ ਦੱਸਦੀ ਵੀ ਕਿੰਨੀਆਂ ਨੌਕਰੀਆਂ ਦਿੱਤੀਆਂ। ਹਜੇ ਇੱਕ ਵੀ ਨਵੀਂ ਨੌਕਰੀ ਦੀ ਪ੍ਰਕਿਰਿਆ ਸਟਾਰਟ ਨਹੀਂ ਕੀਤੀ ਹੈ, ਇੱਕ ਵੀ। ਇਹ ਜਿੰਨੀਆਂ ਵੀ ਨੌਕਰੀਆਂ ਦਿੱਤੀਆਂ ਗਈਆਂ ਹਨ, ਇਹ ਪੁਰਾਣੀ ਸਰਕਾਰ ਵੱਲੋਂ ਚਲਾਏ ਗਏ ਮੁਹਿੰਮ ਦੇ ਤਹਿਤ ਪੁਰਾਣੀ ਜਿਹੜੀ ਉਹ ਭਰਤੀ ਸੀ, ਕੇਵਲ ਉਹੀ ਕੀਤੀ ਗਈ ਹੈ। 3500 ਮੁਲਾਜ਼ਮਾਂ ਨੂੰ, 35,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਸੀ, ਹਜੇ ਤੱਕ ਉਹ ਪੱਕੇ ਨਹੀਂ ਹੋ ਸਕੇ ਹਨ। ਔਰ ਇੱਥੇ ਵੀ ਦੱਸਣਾ ਚਾਹੁੰਦਾ, 1158 ਕਾਲਜ ਪ੍ਰੋਫੈਸਰਾਂ ਦੀ ਭਰਤੀ ਸੀ, ਸਾਡੀ ਸਰਕਾਰ ਨੇ ਕੀਤੀ ਸੀ, ਉਹ ਹਜੇ ਤੱਕ ਕੋਰਟ 'ਚ ਲਟਕ ਰਿਹਾ ਹੈ, ਉਹਨੂੰ ਵੀ ਸਿਰੇ ਨਹੀਂ ਚੜਾਇਆ ਗਿਆ, ਉਹਦੀ ਕੋਈ ਸੁੱਧ ਬੁੱਧ ਨਹੀਂ ਲਿੱਤੀ ਗਈ। ਉਹ ਵਿਚਾਰੇ ਰੋਜ਼ਾਨਾ ਧਰਨਾ ਲਾ ਰਹੇ ਨੇ। GOG ਨੂੰ ਕੱਢ ਦਿੱਤਾ ਗਿਆ ਹੈ। ਕਰੋਨਾ ਦੇ ਵਿੱਚ ਕਾਲ ਵਿੱਚ ਭਰਤੀ ਕੀਤੇ ਤਕਰੀਬਨ 200 ਲੈਬ ਟੈਕਨੀਸ਼ੀਅਨ ਵੀ ਧੱਕੇ ਖਾਂਦੇ ਫਿਰ ਰਹੇ ਨੇ। ਤੇ ਇਹ ਵੀ ਬੇਰੁਜ਼ਗਾਰ ETT ਅਧਿਆਪਕ, ਲਾਈਨਮੈਨ, ਜੋ ਉਹਨਾਂ ਦੇ ਹਾਲਾਤ ਨੇ ਤੁਸੀਂ ਜਾਣਦੇ ਨੇ। ਬੜੇ ਹੋਰ ਮੁੱਦੇ ਨੇ। ਰੇਤੇ ਦਾ ਬਹੁਤ ਭਾਰੀ ਵੱਡਾ ਮੁੱਦਾ ਨੇ। ਅੱਜ ਰੇਤਾ ਬਾਜ਼ਾਰ ਦੇ ਵਿੱਚ ਮਿਲ ਨਹੀਂ ਰਿਹਾ। ਅਗਰ ਮਿਲ ਰਿਹਾ ਹੈ ਤਾਂ ਮੇਰਾ ਖਿਆਲ ਸਾਡੀ ਸਰਕਾਰ ਸਮੇਂ ਵੀ ਉਹ ਬਹੁਤ ਮਹਿੰਗਾ ਸੀ, ਲੇਕਿਨ ਅੱਜ ਉਦੋਂ ਡਬਲ ਪ੍ਰਾਈਸ ਤੋਂ ਵੀ ਉਹ 60 ਰੁਪਏ ਸੀਗਾ ਔਰ ਅੱਜ 140 ਰੁਪਏ ਹੋ ਰਿਹਾ। ਕ੍ਰੈਸ਼ਰ ਤੁਹਾਨੂੰ ਮਿਲ ਨਹੀਂ ਰਿਹਾ। ਸੋ ਹੈਲਥ ਸਿਸਟਮ ਤੇ ਵੀ ਬਹੁਤ ਗੱਲਾਂ ਕਰਨੀਆਂ ਸਨ। ਤੁਸੀਂ ਦੇਖਦੇ ਹੋ ਕੱਲ ਵੀਡੀਓ ਆਈ ਸੀ ਕਿਸ ਪ੍ਰਕਾਰ ਇੱਕ ਗਰੀਬ ਔਰਤ ਨੇ ਫਰਸ਼ ਤੇ ਲੇਟ ਕੇ ਆਪਦੇ ਬੱਚੇ ਨੂੰ ਜਨਮ ਦਿੱਤਾ। ਮੁਹੱਲਾ ਕਲੀਨਿਕ ਤੇ ਸਵਾਲ ਚੁੱਕੇ ਜਾ ਰਹੇ ਨੇ। ਸਾਨੂੰ ਦੱਸਣਾ ਚਾਹੀਦਾ ਹੈ, ਅੱਜ ਤੱਕ 5 ਸਾਲਾਂ ਦੀ ਮਗਰਲੀ ਸਰਕਾਰ ਦੇ ਵਿੱਚ, ਇਹ ਤਾਂ ਹੁਣ ਬਦਲਾਅ ਦੀ ਸਰਕਾਰ ਹੈ, ਕਿਸੇ ਵੀ ਪੰਜਾਬ ਦੀ ਔਰਤ ਨੇ ਫਰਸ਼ ਤੇ ਪੈ ਕੇ ਕਿਸੇ ਬੱਚੇ ਨੂੰ ਜਨਮ ਦੇਣਾ ਨਹੀਂ ਪਿਆ।
बेशक सरकारां लोग भुल जाते हैं। मैनूं याद है करोना काल दे विच जिन्हां मरीजां नूं दिल्ली साਂਭ नहीं सकी, वो पंजाब के हस्पतालों ते साडे उन्हां डॉक्टर साहबानां ने, काबिल डॉक्टर साहबानां ने सांभिया। राज बहादुर वर्गे उन्हां महान शख्सियतां ने जिन्हों बेइज्जत करके इन्हां दे मंत्रियों ने मंजियां ते लटा के उन्होंने रिजाइन देण तो मजबूर कर दिता गया। ये एक मुद्दा सी जिहदे ते असी चर्चा करना चाहते सी। बगराड़ी का इशू पुराना इशू है। कल बोल रहे कुंवर विजय प्रताप सिंह कह रहे सी, बोल रहे सी कि बैठ जाओ। मैं उन्होंने दसना चाहना पिछली बारी 10 मिनट वो इस ते चर्चा मंगते सी, लेकिन सरकार ने ये ते किसी प्रकार की चर्चा नहीं की। शरारी साहब का एक बहुत वड्डा मुद्दा हैगा, ਉਹਦੇ ਤੇ सरकार ने चर्चा करने का समा नहीं सीगा। इस तरह मैं तुहानूं दसना चाहना है कि होर बथेरे मुद्दे सन जिन्हां ते चर्चा होनी चाहिए सी, नहीं हुई। लेकिन मैं बेनती करना चाहना तुहाडे राहीं सरकार नूं एक सिमर बेनती करना चाहना है। इस तरह के हालात कांग्रेस पार्टी के राज के अंदर सी, पुरानियां सरकारां दे विच सी। तुहानूं बदलाव के नाँ ते वोटां पाईयां, किसी ने किसी नूं झाड़ू नूं जां तुसी जिहड़े इनकलाब की गल करते सी उन्होंने वोटां नहीं पाईयां, किसी ने केजरीवाल साहब नूं वोटां नहीं पाईयां। लोगों ने बदलाव नूं वोटां पाईयां कि शायद सब कुछ बदल जाएगा, लेकिन पंजाला उत्थे दा उत्थे ही है। लोग समझते सी कि 15 दिन घट्टो घट्ट विधान सभा का सैशन चलना चाहिए। तुसी आप मंग करते हुंदे सी, तुसी खड़े होकर विधान सभा दे विच नारे ते मुर्दाबाद के नारे लाउंदे हुंदे सी, लड़ाइयां भी होईयां, पग्गां भी लईयां। लेकिन हुण तुसी सत्ता च आ गए हो, फिर उस तरह का माहौल बनया होया। मैं थोड़े तो उम्मीद करदा जनता के राही और बेनती करना चाहना आदरणीय स्पीकर साहब नूं और पंजाब के मुख्य मंत्री सरदार भगवंत सिंह मान नूं कि विधान सभा का सत्र लंबा किया जाया करे और प्रॉपर समा टाइम देना चाहिए तां जो हर व्यक्ति आपदे सवाल जवाब कर सके। और मैं बेनती करांगा हर व्यक्ति नूं खुला समा दिता जाए तां जो हर व्यक्ति मुद्दे की गल कर सके। जनता नूं पता लग जाएगा कि राजा वड़िंग कोले कोई मुद्दा नहीं है, ये फजूल की गल करदा है। क्यों ना तुसी सानू अगर तुसी समझदे हो असी गलत हैं तो जनता के सामने नंगा करो। सानू असी समा मंगते हैं 10 मिनट, सानू 2 मिनट का समा दिता जाता, उहदे विच ही टोका टोकी हो जाती है। खुला समा दिओ, हर व्यक्ति जो बोलना चाहता वो बोले, अपनी गल रखे, अपने जज्बात रखे, तो जनता समझे कि किहड़ा व्यक्ति पंजाब की गल करनी चाहता और किहड़ा व्यक्ति उन्होंने नज़र अंदाज करना चाहता है। मैं ये उम्मीद करदा और अगर तुहाडे कोले विधान सभा सत्र बुलाउण नूं पैसे नहीं हैं तो मैं समझदा कि चुने हुए विधायकों नूं 2-2 महीनों की तनख्वाह कट लेनी चाहिए है। मेरी 1 महीने की वध कट सकते हो तां जो पंजाब के लोगों नूं असीं मुद्दे की गल करके उन्होंने दस सकीए कि आओ साडे मन दे विच आ मुद्दे हैं, इन्हां मुद्दों ते लैके असीं गल करनी चाहुंदे हां तां जो दुੱਧ दा दुੱਧ पानी दा पानी सच की है, सच्चाई की है, वो पंजाब की जनता के सामने रखी जाए। और मैं बेनती करांगा कि जिहड़े कैमराज है थोड़े उस तरह ही फोकस कराया करो। ये छोटियां छोटियां शरारतां दे नाल कोई गल बननी नहीं है। और मेरी आखिर विच ये बेनती है कि मर्यादा सहित कल बहुत सारे लोगों ने बिन मर्यादा तो थल्ले डिग के बहुत सारिया गल्लां कीतियां बाहर आके मीडिया के सामने। मैनूं लगदा कि सानू हाउस की मर्यादा ते एक दूजे की मर्यादा ते कायम रहना चाहिए है। लोकतंत्र दे विच विरोधी धिर दा फर्ज बनता है कि वो आवाज़ बुलंद रखे और असीं आपदे तौर तरीके दे नाल सिस्टम च रह के वो नारियां दी गूंज दे नाल पंजाब दे लोगां दी आवाज़ बुलंद रखण दी कोशिश कर रहे सां। सो यह जानकारी मैं तुहानूं देना चाहुंदा सी। अगे तो जानकारी दिंदे रवांगे दोस्तों। अगला विधान सभा जिहड़ा हुण हैगा लास्ट डे वो 3 तरीक नूं है। देखते हैं की हुंदा 3 तरीक नूं मिलते हैं और सारी कार्रवाई 3 तरीक तो फिर तुहानूं असीं विस्तारपूर्वक इस तरह ही दसांगे। तुहाडा सारिआं दा बहुत बहुत धन्नवाद। सत श्री अकाल।